ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਸਰਬ ਕਲਾ ਸਮਰੱਥ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਾਂ 177 ਅੰਗ ਦੇ ਮੱਧ ਤੋਂ ਅੱਗੇ ਵਿਚਾਰ ਕਰ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਜੀ ਮਿਹਰ ਕਰਨ ਬਲ ਬਖਸ਼ਣ ਅੱਗੇ ਵਿਚਾਰ ਕਰਨ ਦਾ। ਆਪਣੀ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਸਦਕਾ ਜਿੱਥੋਂ ਵੀਡੀਓ ਕੱਟ ਹੋਈ ਸੀ ਉਸ ਤੋਂ ਹੀ ਆਪਾਂ ਸਟਾਰਟ ਕਰ ਰਹੇ ਹਾਂ। ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ, ਇੱਥੋਂ ਆਪਣੀ ਵੀਡੀਓ ਕੱਟ ਹੋ ਗਈ ਸੀ ਜਦੋਂ ਆਪਾਂ ਇਸ ਦਾ ਹੀ ਵਿਚਾਰ ਕਰ ਰਹੇ ਸੀ ਕਿ ਜਿਸ ਦੇ ਭੇਜੇ ਗੁਰੂ ਦੀ ਕਿਰਪਾ ਨਾਲ ਮੈਨੂੰ ਅੰਮ੍ਰਿਤ ਵਰਗੀ ਮਿੱਠੀ ਲੱਗਣ ਵਾਲੀ ਮਾਇਆ ਹੁਣ ਕੌੜੀ ਜ਼ਹਿਰ ਭਾਸ ਰਹੀ ਹੈ। ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਸਮਝਾ ਰਹੇ ਹਨ। ਕਹੋ ਨਾਨਕ ਇਸ ਤੇ ਕਿਛ ਨਾਹੀਂ, ਹੇ ਨਾਨਕ ਇਸ ਜੀਵ ਦੇ ਵੱਸ ਕੁਛ ਨਹੀਂ ਹੈ ਕਿ ਉਹ ਆਪਣੇ ਉਦਮ ਨਾਲ ਪ੍ਰਭੂ ਦੀ ਸਿਫਤ ਸਲਾਹ ਕਰ ਸਕੇ। ਰਾਖਣ ਹਾਰੈ ਕੋ ਸਲਾਹੀ, ਮੈਂ ਉਸ ਰਾਖਣਹਾਰ ਪ੍ਰਭੂ ਦੀ ਸਿਫਤ ਸਲਾਹ ਕਰਦਾ ਹਾਂ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਤਿਸ ਕੀ ਸਰਨ ਨਾਹੀਂ ਭਉ ਸੋਗ, ਉਸ ਰਾਮ ਦੀ ਸ਼ਰਨ ਪਿਆ ਕੋਈ ਡਰ ਨਹੀਂ ਪੋ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ। ਉਸ ਤੇ ਬਾਹਰ ਕਛੂ ਨਾ ਹੋਗ, ਕਿਉਂਕਿ ਕੋਈ ਡਰ ਕੋਈ ਚਿੰਤਾ ਕੁਛ ਵੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ, ਉਸ ਅਕਾਲ ਪੁਰਖ ਤੋਂ ਆਕੀ ਨਹੀਂ ਹੋ ਸਕਦਾ ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ। ਤਜੀ ਸਿਆਣਪ ਬਲ ਬੁੱਧ ਬੇਕਾਰ, ਇਸ ਵਾਸਤੇ ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ। ਦਾਸ ਆਪਣੇ ਕੀ ਰਾਖਣਹਾਰ, ਤੇ ਉਸ ਰਾਮ ਦਾ ਦਾਸ ਬਣ ਗਿਆ ਹਾਂ, ਉਸ ਅਕਾਲ ਪੁਰਖ ਦਾ ਦਾਸ ਬਣ ਗਿਆ, ਉਸ ਵਾਹਿਗੁਰੂ ਦਾ ਦਾਸ ਬਣ ਗਿਆ ਹਾਂ। ਉਹ ਰਾਮ ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ। ਜਪ ਮਨ ਮੇਰੇ ਰਾਮ ਰਾਮ ਰੰਗ, ਹੇ ਮੇਰੇ ਮਨ ਪ੍ਰੇਮ ਨਾਲ ਰਾਮ ਦਾ ਨਾਮ ਜਪ। ਰਾਮ ਜੋ ਰਮਈਆ ਰੋਮ ਰੋਮ ਵਿੱਚ ਰਚਿਆ ਹੋਇਆ ਹੈ। ਘਰ ਬਾਹਰ ਤੇਰਾ ਸਦ ਸੰਗ ਰਹਾਉ, ਉਹ ਨਾਮ ਤੇਰੇ ਘਰ ਵਿੱਚ ਹਿਰਦੇ ਵਿੱਚ ਤੇ ਬਾਹਰ ਹਰ ਥਾਂ ਸਦਾ ਤੇਰੇ ਨਾਲ ਰਹਿੰਦਾ ਹੈ। ਰਹਾਉ, ਘਰ ਕਿਹੜਾ? ਹਿਰਦਾ ਘਰ ਇਹ ਸਰੀਰ ਰੂਪੀ, ਇਹਦੇ ਵਿੱਚ ਸਰਬ ਵਿਆਪਕ ਹੈ, ਸਭਨਾ ਵਿੱਚ ਵਿਆਪਕ ਹੈ। ਉਹ ਹਰੇਕ ਵਿੱਚ ਵਸਦਾ, ਹਰੇਕ ਜੀਵ ਵਿੱਚ। ਤਿਸ ਕੀ ਟੇਕ ਮੰਨੇ ਮਹਿ ਰਾਖ, ਆਪਣੇ ਮਨ ਵਿੱਚ ਉਸ ਪਰਮਾਤਮਾ ਦਾ ਆਸਰਾ ਰੱਖ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 178 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਹਨ। ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ, ਗੁਰੂ ਦੇ ਸ਼ਬਦ ਦਾ ਆਨੰਦ ਮਾਣ। ਗੁਰੂ ਦਾ ਸ਼ਬਦ ਆਤਮਿਕ ਜੀਵਨ ਦੇਣ ਵਾਲਾ ਰਸ ਹੈ। ਅਵਰ ਜਤਨ ਕਹੋ ਕੌਣ ਕਾਜ, ਦਸ ਪਰਮਾਤਮਾ ਨੂੰ ਭੁਲਾ ਕੇ ਹੋਰ ਖੋਰ ਉਦਮ ਕਿਸ ਕੰਮ ਆ ਸਕਦੇ ਹਨ। ਪ੍ਰਸ਼ਨ ਕਰ ਰਿਹਾ ਹੈ ਗੁਰੂ ਸਾਹਿਬ ਕਿ ਉਸ ਮਾਲਕ ਨੂੰ ਵਿਸਰ ਕੇ ਉਸ ਨੂੰ ਭੁਲਾ ਕੇ ਹੋਰ ਕਿਹੜੇ ਕਿਹੜੇ ਕੰਮ ਆਪਣੇ ਕੋਈ ਕੰਮ ਆ ਸਕਦਾ ਹੈ। ਉਦਮ ਕੰਮ ਕਰ ਕਿਰਪਾ ਰਾਖੇ ਆਪ ਲਾਜ, ਪ੍ਰਭੂ ਦੀ ਸ਼ਰਨ ਪਾਓ, ਉਹ ਪ੍ਰਭੂ ਮਿਹਰ ਕਰਕੇ ਜੀਵ ਦੀ ਇੱਜ਼ਤ ਆਪ ਰੱਖਦਾ ਹੈ। ਭਾਵ ਉਹ ਸਭਨਾਂ ਦੀ ਆਪ ਇੱਜ਼ਤ, ਪੱਤ ਦਾ ਰਖਵਾਲਾ ਹੈ। ਪਾਤਸ਼ਾਹ ਇਸ ਲਈ ਉਸ ਨੂੰ ਕਹਿੰਦੇ ਨੇ ਕਿ ਉਹ ਪੱਤ ਦਾ ਰਾਖਾ ਹੈ, ਇੱਜ਼ਤ ਦਾ ਰਾਖਾ ਹੈ। ਪਾਤਸ਼ਾਹ ਦਾ ਪਾਤਸ਼ਾਹ ਆਪਣਾ ਵਾਹਿਗੁਰੂ ਸੱਚਾ ਮਾਲਕ, ਉਹ ਸ਼ਬਦ ਗੁਰੂ। ਕਿਆ ਮਾਨੁਖ ਕਹੋ ਕਿਆ ਜੋਰ, ਦੱਸੋ ਇਹ ਬੰਦਾ ਕੀ ਕਰਨ ਜੋਗੇ ਹਨ। ਪ੍ਰਸ਼ਨ ਕਰ ਰਹੇ ਨੇ ਕਿ ਬੰਦੇ ਕਰ ਕੀ ਸਕਦੇ ਹਨ। ਇਹਨਾਂ ਦੀ ਆਕੜ ਕੀ ਪਾਇਆ ਜਾ ਸਕਦਾ ਹੈ, ਆਕੜ ਦੀ ਕੀ ਪਾਇਆ ਜਾ ਸਕਦਾ, ਇਹ ਵੀ ਪ੍ਰਸ਼ਨ ਕਰ ਰਹੇ ਨੇ ਗੁਰੂ ਸਾਹਿਬ। ਆਕੜ ਕੇ ਕੀ ਕਰ ਕੀ ਸਕਦੇ ਉਸ ਮਾਲਕ ਦਾ। ਝੂਠਾ ਮਾਇਆ ਕਾ ਸਭ ਸੋਰ, ਮਾਇਆ ਦੀ ਸਾਰੀ ਫੂੰ ਫਾਂ ਝੂਠੀ ਹੈ, 4 ਦਿਨ ਦੀ ਹੈ। ਜਿਹੜੀ ਮਾਇਆ ਦਿਖ ਰਹੀ ਹੈ ਸਭ ਝੂਠੀ ਹੈ। ਇਹ 4 ਦਿਨ ਦੀ ਚਾਂਦਨੀ ਫਿਰ ਹਨੇਰੀ ਰਾਤ। ਕਰਨ ਕਰਾਵਣ ਹਾਰ ਸੁਆਮੀ, ਮਾਲਕ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ।
ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਉਂਦਾ ਹੈ। ਸਗਲ ਘਟਾ ਕੇ ਅੰਤਰਜਾਮੀ, ਉਸ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ। ਸਰਬ ਸੁਖਾ ਸੁਖ ਸਾਚਾ ਇਹੋ, ਇਹੀ ਹੈ ਸਾਰੇ ਸੁੱਖਾਂ ਤੋਂ ਸ੍ਰੇਸ਼ਟ ਸੁਖ ਤੇ ਸਦਾ ਕਾਇਮ ਰਹਿਣ ਵਾਲਾ ਸੁਖ। ਗੁਰ ਉਪਦੇਸ਼ ਮੰਨਹਿ ਮਹਿ ਲੇਹੋ, ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿੱਚ ਟਿਕਾ, ਭਾਵ ਸਤਿਗੁਰੂ ਦੀ ਮੱਤ ਆਪਣੇ ਮਨ ਵਿੱਚ ਰੱਖ, ਸਤਿਗੁਰੂ ਦੀ ਮੱਤ 'ਤੇ ਚੱਲ। ਜਾ ਕੋ ਰਾਮ ਨਾਮ ਲਿਵ ਲਾਗੀ, ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ, ਕਹੋ ਨਾਨਕ ਸੋ ਧਨ ਵਡਭਾਗੀ। ਹੇ ਨਾਨਕ, ਉਹ ਧਨ ਹੈ, ਉਹ ਵੱਡੇ ਭਾਗਾਂ ਵਾਲਾ ਹੈ। ਉਹ ਮਨੁੱਖ ਜਿਸ ਨੂੰ ਉਸ ਮਾਲਕ ਦੇ ਸ਼ਬਦ ਦਾ ਰੰਗ ਲੱਗ ਜਾਂਦਾ ਹੈ, ਉਸ ਵਿੱਚ ਲਗਨ ਲੱਗ ਜਾਂਦੀ ਹੈ, ਉਸ ਦੀ ਮੱਤ 'ਤੇ ਚੱਲਦਾ ਹੈ, ਉਹ ਧਨ ਹੈ, ਉਹ ਵਡਭਾਗੀ ਮਹਾਂਪੁਰਸ਼ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਝਾ ਰਹੇ ਨੇ, ਦੱਸ ਰਹੇ ਨੇ ਆਪਾਂ ਨੂੰ। ਗੋੜੀ ਗੁਰੇਰੀ ਮਹੱਲਾ ਪੰਜਵਾਂ। ਅੱਗੇ ਸ਼ਹੀਦਾਂ ਦੇ ਸਰਤਾਜ ਗੋੜੀ ਗੁਰੇਰੀ ਬਾਣੀ ਵਿੱਚ ਆਪਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਸਮਝਾ ਰਹੇ ਨੇ। ਸੁਨ ਹਰ ਕਥਾ ਉਤਾਰੀ ਮੈਲ, ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ, ਭਾਵ ਉਸ ਪਰਮਾਤਮਾ ਦੇ ਸ਼ਬਦ ਨਾਲ ਜੁੜ ਕੇ, ਪਰਮਾਤਮਾ ਦੀ ਸਿਫਤ ਸਲਾਹ ਸੁਣ ਕੇ ਆਪਣੇ ਮਨ ਤੋਂ ਵਿਕਾਰਾਂ ਦੀ ਮੈਲ ਲਾਹ ਲਈ ਹੈ। ਮਹਾਪਨੀਤ ਭਏ ਸੁਖ ਸੈਲ, ਉਹ ਬੜੇ ਹੀ ਪਵਿੱਤਰ ਜੀਵਨ ਵਾਲੇ ਹੋ ਗਏ ਹਨ। ਉਹਨਾਂ ਨੇ ਅਨੇਕਾਂ ਹੀ ਸੁੱਖ ਪ੍ਰਾਪਤ ਕਰ ਲਏ ਹਨ। ਵੱਡੇ ਭਾਗ ਪਾਇਆ ਸਾਧ ਸੰਗ, ਉਹਨਾਂ ਦੇ ਨੇ ਵੱਡੀ ਕਿਸਮਤ ਨਾਲ ਗੁਰੂ ਦਾ ਮਿਲਾਪ ਹਾਸਲ ਕਰ ਲਿਆ ਹੈ। ਪਾਰ ਬ੍ਰਹਮ ਸਿਉ ਲਾਗੋ ਰੰਗ, ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਬਣ ਗਿਆ ਹੈ। ਹਰ ਹਰ ਨਾਮ ਜਪਤ ਜਨ ਤਾਰਿਓ, ਹਰ ਨਾਮ ਸਿਮਰਦਿਆਂ ਸੇਵਕ ਨੂੰ ਗੁਰੂ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ। ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਓ, ਗੁਰੂ ਨੇ ਸੇਵਕ ਨੂੰ ਤ੍ਰਿਸ਼ਨਾ ਅੱਗ ਦੇ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਕਰ ਕੀਰਤਨ ਮਨ ਸੀਤਲ ਭਏ, ਪਰਮਾਤਮਾ ਦੀ ਸਿਫਤ ਸਲਾਹ ਕਰਕੇ ਜਿਨ੍ਹਾਂ ਦੇ ਮਨ ਠੰਡੇ ਠਾਰ ਹੋ ਗਏ, ਜਨਮ ਜਨਮ ਕੇ ਕਿਲ ਵਿਖ ਗਏ, ਉਹਨਾਂ ਦੇ ਅੰਦਰੋਂ ਜਨਮਾਂ ਜਮਾਂਤਰਾਂ ਦੇ ਪਾਪ ਦੂਰ ਹੋ ਗਏ। ਸਰਬ ਨਿਧਾਨ ਪੇਖੇ ਮਨ ਮਾਹੇ, ਉਹਨਾਂ ਦੇ ਸਾਰੇ ਖਜ਼ਾਨੇ ਆਪਣੇ ਮਨ ਵਿੱਚ ਹੀ ਵੇਖ ਲਏ। ਅਬ ਢੂੰਡਣ ਕਾਹੇ ਕੋ ਜਾਏ, ਇਸ ਵਾਸਤੇ ਸੁੱਖ ਢੂੰਡਣ ਲਈ ਹੁਣ ਉਹ ਹੋਰ ਕਿਤੇ ਕਿਉਂ ਜਾਣ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ ਜੀ, ਭਾਵ ਸੁੱਖ ਦੀ ਭਾਲ ਬਾਹਰ ਜਗਤ ਦੇ ਪਦਾਰਥਾਂ ਵਿੱਚੋਂ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ। ਪ੍ਰਭ ਆਪਣੇ ਜਬ ਪਏ ਦਿਆਲ, ਜਦੋਂ ਪ੍ਰਭੂ ਜੀ ਆਪਣੇ ਦਾਸਾਂ ਉੱਤੇ ਦਿਆਲ ਹੁੰਦੇ ਹਨ, ਕਿਰਪਾ ਕਰਦੇ ਹਨ, ਨਦਰ ਕਰਦੇ ਹਨ। ਪੂਰਨ ਹੋਈ ਸੇਵਕ ਕੀ ਕਾਲ, ਤਦ ਦਾਸਾਂ ਦੀ ਕੀਤੀ ਹੋਈ ਸੇਵਾ ਸਿਮਰਨ ਦੀ ਮਿਹਨਤ ਸਫਲ ਹੋ ਜਾਂਦੀ ਹੈ। ਬੰਧਨ ਕਾਟ ਕੀਏ ਆਪਣੇ ਦਾਸ, ਸੇਵਕਾਂ ਦੇ ਮਾਇਆ ਦੇ ਮੋਹ ਦੇ ਬੰਧਨ ਕੱਟ ਕੇ ਪ੍ਰਭੂ ਉਹਨਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ, ਭਾਵ ਆਪਣੇ ਸਿਮਰਨ ਵਿੱਚ ਆਪਣੇ ਸ਼ਬਦ ਨਾਲ ਜੋੜ ਲੈਂਦਾ ਹੈ, ਆਪਣੀ ਮੱਤ 'ਤੇ ਚਲਾ ਲੈਂਦਾ ਹੈ। ਸਿਮਰ 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 ਗੁਣ ਤਾਸ, ਗੁਣਾਂ ਦੇ ਖਜ਼ਾਨੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸੇਵਕ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ, ਲੀਨ ਹੋ ਜਾਂਦੇ ਹਨ ਜਾਂ ਜਾਂਦਾ ਹੈ। ਏਕੋ ਮਨ ਏਕੋ ਸਭ ਠਾਏ, ਉਸ ਨੂੰ ਇੱਕ ਪਰਮਾਤਮਾ ਹੀ ਆਪਣੇ ਹਿਰਦੇ ਵਿੱਚ ਵਸਦਾ ਦਿਸਦਾ ਹੈ, ਇੱਕ ਪਰਮਾਤਮਾ ਹੀ ਹਰੇਕ ਥਾਂ ਵਿੱਚ ਦਿਸਦਾ ਹੈ। ਪੂਰਨ ਪੂਰ ਰਹਿਓ ਸਭ ਜਾਏ, ਉਸ ਨੂੰ ਹਰ ਥਾਂ ਵਿੱਚ ਪਰਮਾਤਮਾ ਹੀ ਪਰਮਾਤਮਾ ਵਿਆਪਕ ਭਰਪੂਰ ਦਿਸਦਾ ਹੈ। ਗੁਰ ਪੂਰੇ ਸਭ ਭਰਮ ਚੁਕਾਇਆ, ਪੂਰੇ ਗੁਰੂ ਨੇ ਜਿਸ ਮਨੁੱਖ ਦੇ ਮਨ ਵਿੱਚ ਦੀ ਸਾਰੀ ਭਟਕਣਾ ਦੂਰ ਕਰ ਦਿੱਤੀ ਹੈ। ਹਰ ਸਿਮਰਤ ਨਾਨਕ ਸੁਖ ਪਾਇਆ, ਹੇ ਨਾਨਕ, ਪਰਮਾਤਮਾ ਦਾ ਸਿਮਰਨ ਕਰਕੇ, ਉਸ ਦੀ ਸਿਫਤ ਸਲਾਹ ਕਰਕੇ ਉਸ ਮਨੁੱਖ ਨੇ ਆਤਮਿਕ ਆਨੰਦ ਲੱਭ ਲਿਆ ਹੈ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਅਗਲੇ ਮੋਏ ਸੇ ਪਾਛੇ ਪਰੈ, ਜਿਹੜੇ ਆਪਣੇ ਵੱਡੇ ਵਡੇਰੇ ਮਰ ਚੁੱਕੇ ਹੁੰਦੇ ਹਨ ਉਹ ਭੁੱਲ ਜਾਂਦੇ ਹਨ, ਭਾਵ ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਹੋਈ ਮਾਇਆ ਇੱਥੇ ਹੀ ਛੱਡ ਗਏ। ਜੋ ਉਬਰੈ ਸੇ ਬੰਧ ਲੱਕ ਖਰੈ, ਜਿਹੜੇ ਹੁਣ ਜਿਉਂਦੇ ਹਨ ਉਹ ਮਾਇਆ ਜੋੜਨ ਲਈ ਲੱਕ ਬੰਨ੍ਹ ਕੇ
ਖਲੋ ਜਾਂਦੇ ਹਨ। ਜੇ ਧੰਦੇ ਮਹਿ ਓਏ ਲਪਟਾਏ, ਜਿਸ ਧੰਦੇ ਵਿੱਚ ਉਹ ਮਰ ਚੁੱਕੇ ਵੱਡੇ ਵਡੇਰੇ ਫਸੇ ਹੋਏ ਸਨ, ਉਨ ਤੇ ਦੁਗਣ ਦਿੜੀ ਉਨ ਮਾਏ, ਉਹਨਾਂ ਤੋਂ ਦੁਗਣੀ ਮਾਇਆ ਦੀ ਪਕੜ ਉਹ ਜਿਉਂਦੇ ਮਨੁੱਖ ਆਪਣੇ ਮਨ ਵਿੱਚ ਬਣਾ ਲੈਂਦੇ ਹਨ। ਭਾਵ ਜਿਹੜੇ ਪਹਿਲਾਂ ਇਸ ਮਾਇਆ ਦੇ ਚੱਕਰ 'ਚ ਮਰ ਗਿਆ ਆਪਣੇ ਵੱਡੇ ਵਡੇਰੇ, ਉਸ ਤੋਂ ਦੁਗਣੀ ਆਪਣੇ ਅੰਦਰ ਇਹ ਮਾਇਆ ਪੈਦਾ ਹੋ ਜਾਂਦੀ ਹੈ, ਤ੍ਰਿਸ਼ਨਾ ਵੱਧ ਜਾਂਦੀ ਹੈ ਕਿ ਹੋਰ ਇਕੱਠਾ ਕਰੀਏ। ਉਹ ਵੇਲੇ ਕੁਛ ਚੀਤ ਨਾ ਆਵੈ, ਮੂਰਖ ਮਨੁੱਖ ਨੂੰ ਉਹ ਸਮਾਂ ਰੱਤਾ ਵੀ ਚੇਤੇ ਨਹੀਂ ਆਉਂਦਾ ਜਦੋਂ ਵੱਡੇ ਵਡੇਰੇ ਵਾਂਗ ਸਭ ਕੁਝ ਇੱਥੇ ਹੀ ਛੱਡ ਕੇ ਜਾਣਾ ਹੈ। ਬਿਨ ਸਜਾਏ ਤਾਹੂੰ ਲਪਟਾਵੈ ਰਹਾਓ, ਮਨੁੱਖ ਮੁੜ ਮੁੜ ਉਸੇ ਮਾਇਆ ਦੇ ਨਾਲ ਚੰਬੜਦਾ ਹੈ ਜਿਸ ਨੇ ਨਾਸ਼ ਹੋ ਜਾਣਾ ਹੈ, ਜਿਸ ਨਾਲ ਸਾਥ ਨਹੀਂ ਨਿਭਣਾ ਰਹਾਓ, ਠਹਿਰ ਜਾਣਾ, ਰੁਕ ਜਾਣਾ। ਆਸਾ ਬੱਧੀ ਮੂਰਖ ਦੇ, ਮੂਰਖ ਮਨੁੱਖ ਦਾ ਸਰੀਰ ਭਾਵ ਹਰੇਕ ਗਿਆਨ ਇੰਦਰਾ ਮਾਇਆ ਦੀਆਂ ਆਸਾਂ ਨਾਲ ਜਕੜਿਆ ਰਹਿੰਦਾ ਹੈ। ਕਾਮ ਕ੍ਰੋਧ ਲਪਟਿਓ ਅਸਨੇਹ, ਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ। ਸਿਰ ਉੱਪਰ ਠਾਂਡੋ ਧਰਮ ਰਾਏ, ਸਿਰ ਉੱਤੇ ਧਰਮ ਰਾਏ ਖਲੋਤਾ ਹੋਇਆ, ਭਾਵ ਮੌਤ ਦਾ ਸਮਾਂ ਨੇੜੇ ਆ ਰਿਹਾ ਹੈ, ਪਰ ਮਿੱਠੀ ਕਰ ਕਰ ਵਿਖਿਆ ਖਾਏ, ਮੂਰਖ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ। ਹਉ ਬੰਦੋ ਹਉ ਸਾਧੋ ਬੈਰ ਹਮਾਰੀ ਭੂਮ, ਕੌਣ ਘਾਲੈ ਪੈਰ, ਮਾਇਆ ਮੱਤਾ ਮੂਰਖ ਮਨੁੱਖ ਇਉਂ ਹੰਕਾਰ ਭਰੀਆਂ ਗੱਲਾਂ ਕਰਦਾ ਹੈ ਕਿ ਮੈਂ ਉਸ ਨੂੰ ਬੰਨ੍ਹ ਲਵਾਂਗਾ, ਮੈਂ ਉਸ ਪਾਸੋਂ ਆਪਣਾ ਵੈਰ ਦਾ ਬਦਲਾ ਲਵਾਂਗਾ, ਮੈਂ ਭੋਏ ਉੱਤੇ ਕੌਣ ਪੈਰ ਰੱਖਦਾ ਹੈ, ਮੇਰੀ ਭੋਏ ਉੱਤੇ ਕੌਣ ਪੈਰ ਰੱਖਦਾ ਹੈ। ਇਹ ਹੰਕਾਰ ਆਪਾਂ ਨੂੰ ਦਿਨ ਰਾਤ ਚਿੰਬੜਿਆ ਹੋਇਆ ਹੈ। ਹੋ ਪੰਡਤ ਹੋ ਚਤੁਰ ਸਿਆਣਾ, ਮੈਂ ਵਿਦਵਾਨ ਹਾਂ, ਮੈਂ ਚਤੁਰ ਹਾਂ, ਮੈਂ ਸਿਆਣਾ ਹਾਂ, ਇਹ ਵੀ ਇੱਕ ਤਰ੍ਹਾਂ ਦਾ ਹੰਕਾਰ ਚਿੰਬੜਿਆ ਹੋਇਆ ਹੈ। ਕਰਨੇ ਹਾਰ ਨਾ ਬੂਝੈ ਬੇਗਾਨਾ, ਆਪਣੇ ਹੰਕਾਰ ਵਿੱਚ ਮੂਰਖ ਮਨੁੱਖ ਆਪਣੇ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਵੀ ਨਹੀਂ ਸਮਝਦਾ, ਚੇਤੇ ਰੱਖਦਾ ਹੈ। ਆਪਣੀ ਗਤ ਮਿਤ ਆਪੇ ਜਾਣੈ, ਪਰ ਜੀਵ ਦੇ ਕੀ ਵਸ ਹੈ। ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਆਪ ਕਿਹੋ ਜਿਹਾ ਤੇ ਕਿੱਡਾ ਵੱਡਾ ਹੈ। ਕਿਆ ਕੋ ਕਹੈ ਕਿਆ ਆਖ ਬਖਾਣੇ, ਜੀਵ ਉਸ ਪਰਮਾਤਮਾ ਦੀ ਗਤ ਮਿਤ ਬਾਰੇ ਕੁਛ ਵੀ ਕਹਿ ਨਹੀਂ ਸਕਦਾ, ਕੁਛ ਵੀ ਆਖ ਕੇ ਬਿਆਨ ਨਹੀਂ ਕਰ ਸਕਦਾ। ਜਿਤ ਜਿਤ ਲਾਵੈ ਹੈ ਤਿਤ ਤਿਤ ਲੱਗਣਾ, ਹੇ ਪ੍ਰਭੂ ਤੂੰ ਜੀਵ ਨੂੰ ਜਿਸ ਜਿਸ ਪਾਸੇ ਲਾਉਂਦਾ ਹੈ ਉੱਧਰ ਉੱਧਰ ਹੀ ਇਹ ਲੱਗ ਸਕਦਾ ਹੈ। ਆਪਣਾ ਭਲਾ ਸਭ ਕਾਹੂੰ ਮੰਗਣਾ, ਹਰੇਕ ਜੀਵ ਨੇ ਤੇਰੇ ਪਾਸੋਂ ਹੀ ਆਪਣੇ ਭਲੇ ਦੀ ਮੰਗਣੀ ਹੈ। ਸਭ ਕੁਛ ਤੇਰਾ ਤੂੰ ਕਰਨੇ ਹਾਰ, ਹੇ ਪ੍ਰਭੂ ਇਹ ਸਭ ਕੁਛ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ। ਅੰਤ ਨਹੀਂ ਕੁਛ ਪਾਰਾਵਾਰ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੇ ਸਰੂਪ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਦਾਸ ਆਪਣੇ ਕੋ ਦੀਜੇ ਦਾਨ, ਹੇ ਪ੍ਰਭੂ ਆਪਣੇ ਦਾਸ ਨੂੰ ਇਹ ਦਾਤ ਬਖਸ਼। ਕਿਹਦੀ ਦਾਤ ਬਖਸ਼? ਨਾਮ ਦੀ ਦਾਤ, ਆਪਣੇ ਸ਼ਬਦ ਦੀ, ਆਪਣੀ ਮੱਤ ਬਖਸ਼। ਕਬੂ ਨਾ ਬਿਸਰੈ ਨਾਨਕ ਨਾਮ, ਤੇਰੇ ਦਾਸ ਨਾਨਕ ਨੂੰ ਕਦੇ ਵੀ ਤੇਰਾ ਨਾਮ ਨਾ ਭੁੱਲੇ। ਗੌੜੀ ਗਰੇਰੀ ਮਹੱਲਾ ਪੰਜਵਾਂ। ਗੌੜੀ ਗਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਇਨਕ ਯਤਨ ਨਹੀਂ ਹੋਤ ਛੁਟਾਰਾ, ਇਹ ਮਨ ਅਨੇਕਾਂ ਯਤਨਾਂ ਦੇ ਰਾਹੀਂ ਵੀ ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਇਆ ਦੁੱਖ ਕਲੇਸ਼ਾਂ ਤੋਂ ਖਲਾਸੀ ਨਹੀਂ ਹੋ ਸਕਦੀ। ਬਹੁਤ ਸਿਆਣਪ ਆਗਲ ਭਾਰਾ, ਸਗੋਂ ਮਾਇਆ ਦੀ ਖਾਤਰ ਕੀਤੀ ਹੋਈ ਬਹੁਤੀ ਚਤਰਾਈ ਹੋਰ ਦੁੱਖਾਂ ਦਾ ਬਹੁਤਾ ਭਾਰ ਸਿਰ ਉੱਤੇ ਪਾ ਦਿੰਦੀ ਹੈ। ਹਰ ਕੀ ਸੇਵਾ ਨਿਰਮਲ ਹੇਤ, ਜੇ ਪਵਿੱਤਰ ਪਿਆਰ ਨਾਲ ਹਰੀ ਦੀ ਸੇਵਾ ਭਗਤੀ ਕਰੀਏ, ਪ੍ਰਭ ਕੀ ਦਰਗਹਿ ਸੋਭਾ ਸੇਤ, ਤਾਂ ਹੀ ਹਰੀ ਦੀ ਦਰਗਾਹ ਵਿੱਚ ਆਦਰ ਵਡਿਆਈ ਨਾਲ ਪਹੁੰਚੀਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 179 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਨੇ। ਮਨ ਮੇਰੇ ਗਹੁ ਹਰ ਨਾਮ ਕਾ ਓਲਾ,
हे मेरे मन, परमात्मा ਦੇ ਨਾਮ ਦਾ ਆਸਰਾ ਫੜ। ਤੁਝੇ ਨਾ ਲਾਗੇ ਤਾਤਾ ਝੋਲਾ ਰਹਾਓ। ਤੈਨੂੰ ਦੁਨੀਆ ਦੇ ਦੁੱਖ ਕਲੇਸ਼ਾਂ ਦੀ ਤੱਤੀ ਹਵਾ ਦਾ ਬੁੱਲਾ ਪੋਹ ਨਹੀਂ ਸਕੇਗਾ ਜਦੋਂ ਤੁਸੀਂ ਉਸ ਮਾਲਕ ਦੇ ਸ਼ਬਦ ਨਾਲ ਜੁੜ ਜਾਓਗੇ। ਰਹਾਓ, ਰੁਕ ਜਾਣਾ, ਠਹਿਰ ਜਾਣਾ। ਗੁਰੂ ਸਾਹਿਬ ਜੀ ਸਮਝਾ ਰਹੇ ਨੇ। ਜਿਉਂ ਬੋਹਿਥ ਪੈ ਸਾਗਰ ਮਾਹੇ, ਜਿਵੇਂ ਡਰਾਵਣੇ ਸਮੁੰਦਰ ਵਿੱਚ ਜਹਾਜ਼ ਮਨੁੱਖ ਨੂੰ ਡੁੱਬਣੋਂ ਬਚਾਉਂਦਾ ਹੈ। ਅੰਧਕਾਰ ਦੀਪਕ ਦੀਪਾ ਹੈ, ਜਿਵੇਂ ਹਨੇਰੇ ਵਿੱਚ ਦੀਵਾ ਚਾਨਣ ਕਰਦੇ ਹਨ ਅਤੇ ਠੇਡਾ ਖਾਣ ਤੋਂ ਬਚਾਉਂਦੇ ਹਨ। ਅਗਨ ਸੀਤ ਕਾ ਲਾਹਸ ਦੁੱਖ, ਜਿਵੇਂ ਅੱਗ ਪਾਲੇ ਦਾ ਦੁੱਖ ਦੂਰ ਕਰ ਦਿੰਦੀ ਹੈ। ਨਾਮ ਜਪਤ ਮਨ ਹੋਵਤ ਸੁਖ, ਤਿਵੇਂ ਪਰਮਾਤਮਾ ਦਾ ਨਾਮ ਸਿਮਰਿਆ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ। ਉਤਰ ਜਾਏ ਤੇਰੇ ਮਨ ਕੀ ਪਿਆਸ, ਨਾਮ ਦੀ ਬਰਕਤ ਨਾਲ ਤੇਰੇ ਮਨ ਦੀ ਮਾਇਆ ਦੀ ਤ੍ਰਿਸ਼ਨਾ ਲਹਿ ਜਾਏਗੀ। ਪੂਰਨ ਹੋਵੇ ਸਗਲੀ ਆਸ, ਤੇਰੀ ਸਾਰੀ ਹੀ ਆਸ ਪੂਰੀ ਹੋ ਜਾਏਗੀ। ਦੁਨੀਆ ਦੀਆਂ ਆਸਾਂ ਸਤਾਨੋਂ ਹਟ ਜਾਣਗੀਆਂ। ਜਿਹੜੀਆਂ ਆਪਾਂ ਨੂੰ ਦੁਨੀਆ ਦੀਆਂ ਤ੍ਰਿਸ਼ਨਾ ਹਨ ਉਹ ਹਟ ਜਾਣਗੀਆਂ। ਮਨ ਦੀਆਂ ਆਸਾਂ ਪੂਰੀਆਂ ਹੋ ਜਾਣਗੀਆਂ ਜਦੋਂ ਉਸ ਗੁਰੂ ਦੇ ਸ਼ਬਦ ਦਾ ਅੰਦਰ ਵਾਸਾ ਹੋ ਜਾਏਗਾ, ਪ੍ਰਵੇਸ਼ ਹੋ ਜਾਏਗਾ, ਮੱਤ ਆ ਜਾਏਗੀ ਗੁਰੂ ਦੀ। ਡੋਲੇ ਨਾਹੀ ਤੁਮਰਾ ਚੀਤ, ਤੇ ਤੇਰਾ ਮਨ ਮਾਇਆ ਦੀ ਲਾਲਸਾ ਵਿੱਚ ਡੋਲੇਗਾ ਨਹੀਂ। ਅੰਮ੍ਰਿਤ ਨਾਮ ਜਪ ਗੁਰਮੁਖ ਮੀਤ, ਤਾਂ ਤੇ ਹੇ ਮਿੱਤਰ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜਪ। ਨਾਮ ਔਖਦ ਸੋਈ ਜਨ ਪਾਵੈ, ਪਰ ਇਹ ਹਰ ਨਾਮ ਦਵਾਈ ਉਹੀ ਮਨੁੱਖ ਹਾਸਲ ਕਰਦਾ ਹੈ। ਕਰ ਕਿਰਪਾ ਜਿਸ ਆਪ ਦਿਵਾਵੈ, ਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ ਗੁਰੂ ਪਾਸੋਂ ਦਿਵਾਉਂਦਾ ਹੈ। ਹਰ ਹਰ ਨਾਮ ਜਾ ਕੇ ਹਿਰਦੇ ਵਸੈ, ਹੇ ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ, ਦੁੱਖ ਦਰਦ ਤਹਿ ਨਾਨਕ ਨਸੈ, ਉਸ ਦਾ ਸਾਰਾ ਦੁੱਖ ਦਰਦ ਦੂਰ ਹੋ ਜਾਂਦਾ ਹੈ। ਗੌੜੀ ਗਰੇਰੀ ਮਹੱਲਾ ਪੰਜਵਾਂ। ਗੌੜੀ ਗਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਬਹੁਤ ਦਰਬ ਕਰ ਮਨ ਨਾ ਅਗਾਨਾ, ਬਹੁਤਾ ਧਨ ਜੋੜ ਕੇ ਵੀ ਮਨ ਰਜਦਾ ਨਹੀਂ। ਅਨਕ ਰੂਪ ਦੇਖ ਨਹੀਂ ਪਤਿਆਨਾ, ਅਣਕ ਰੂਪ ਦੇਖ ਨਹਿ ਪਤਿਆਨਾ। ਅਨੇਕਾਂ ਸੁੰਦਰ ਇਸਤਰੀਆਂ ਦੇ ਰੂਪ ਵੇਖ ਕੇ ਵੀ ਮਨ ਦੀ ਤਸੱਲੀ ਨਹੀਂ ਹੁੰਦੀ। ਪੁੱਤਰ ਕਲੱਤਰ ਉਰਜਿਓ ਜਾਨ ਮੇਰੀ, ਮਨੁੱਖ ਇਹ ਸਮਝ ਕੇ ਕਿ ਇਹ ਮੇਰੀ ਇਸਤਰੀ ਹੈ, ਇਹ ਮੇਰਾ ਪੁੱਤਰ ਹੈ, ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਉਹ ਬਿਨਸੇ ਓਏ ਭਸਮੇ ਢੇਰੀ, ਇਸਤਰੀ ਦੀ ਸੁੰਦਰਤਾ ਨਾਸ ਹੋ ਜਾਂਦੀ ਹੈ। ਉਹ ਆਪਣੇ ਮਿੱਥੇ ਹੋਏ ਇਸਤਰੀ ਪੁੱਤਰ ਸੁਆਹ ਦੀ ਢੇਰੀ ਹੋ ਜਾਂਦੇ ਹਨ। ਕਿਸੇ ਨਾਲ ਵੀ ਸਾਥ ਨਹੀਂ ਨਿਭਦਾ। ਬਿਨ ਹਰ ਭਜਨ ਦੇਖੋ ਬਿਲ ਲਾਤੇ, ਮੈਂ ਵੇਖਦਾ ਹਾਂ ਕਿ ਪਰਮਾਤਮਾ ਦਾ ਭਜਨ ਕਰਨ ਤੋਂ ਬਿਨਾਂ ਜੀਵ ਵਿਲਕਦੇ ਰਹਿੰਦੇ ਹਨ। ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਮਾਇਆ ਸੰਗ ਰਾਤੇ ਰਹਾਓ, ਜਿਹੜੇ ਮਨੁੱਖ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ ਉਹਨਾਂ ਦਾ ਸਰੀਰ ਫਟਕਾਰਯੋਗ ਹੈ, ਉਹਨਾਂ ਦਾ ਧਨ ਫਟਕਾਰਯੋਗ ਹੈ। ਰਹਾਓ, ਰੁਕ ਜਾਣਾ, ਠਹਿਰ ਜਾਣਾ। ਜੋ ਬੈਗਾਰੀ ਕੇ ਸਿਰ ਦੀਜੈ ਦਾਮ, ਜਿਵੇਂ ਕਿਸੇ ਵੰਗਾਰੀ ਦੇ ਸਿਰ ਉੱਤੇ ਪੈਸੇ ਰੁਪਈਏ ਰੱਖੇ ਜਾਣ। ਓਏ ਖਸਮੇ ਕੇ ਗਿਰਹਿ ਉਨ ਦੁੱਖ ਸੁਹਾਮ, ਉਹ ਪੈਸੇ ਰੁਪਈਏ ਮਾਲਕ ਦੇ ਘਰ ਵਿੱਚ ਜਾ ਕੇ ਪਹੁੰਚਦੇ ਹਨ। ਉਸ ਵੰਗਾਰੀ ਦੇ ਭਾਰ ਚੁੱਕਣ ਦਾ ਦੁੱਖ ਹੀ ਸਹਾਰਿਆ ਹੁੰਦਾ ਹੈ। ਉਹ ਮਾਲਕ ਦੇ ਘਰ 'ਚ ਉਹ ਪੈਸੇ ਪਹੁੰਚ ਜਾਂਦੇ ਨੇ। ਉਦਾਹਰਨ ਦੇ ਕੇ ਸਮਝਾ ਰਹੇ ਨੇ ਕਿ ਉਹ ਵੰਗਾਰੀ ਨੇ ਸਿਰਫ ਸਿਰ 'ਤੇ ਭਾਰ ਹੀ ਚੁੱਕਿਆ, ਜਿਵੇਂ ਆਪਾਂ ਚੁੱਕਿਆ ਹੋਇਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੇ ਆਪਾਂ ਭਾਰ ਚੁੱਕੇ ਹੋਏ ਨੇ ਅਤੇ ਇਹ ਉਸ ਮਾਲਕ ਦੇ ਘਰ ਜਾ ਕੇ ਹੀ ਹੌਲੇ ਹੋਣੇ ਨੇ। ਅਦਰਵਾਈਜ਼ ਜਦੋਂ ਗੁਰੂ ਦੀ ਬਖਸ਼ਿਸ਼ ਹੋਏਗੀ, ਕਿਰਪਾ ਹੋਏਗੀ ਤਾਂ ਇਹਨਾਂ ਤੋਂ ਖਲਾਸੀ ਮਿਲੇਗੀ, ਨਹੀਂ ਤਾਂ ਫਿਰ ਇਹ ਪੰਗੇ 'ਚ ਪੈ ਹੀ ਰਹਾਂਗੇ ਆਪਾਂ। ਜਿਉਂ ਸੁਪਨੇ ਹੋਏ ਬੈਸਤ ਰਾਜਾ, ਜਿਵੇਂ ਕੋਈ ਮਨੁੱਖ ਸੁਪਨੇ ਵਿੱਚ ਰਾਜਾ ਬਣ ਕੇ ਬੈਠ ਜਾਂਦਾ ਹੈ। ਨੇਤਰ ਪਸਾਰੇ ਤਾਂ ਨਿਰਾਰਥ ਕਾਜਾ, ਪਰ ਜਦੋਂ ਨੀਂਦ ਮੁੱਕ ਜਾਣ 'ਤੇ ਅੱਖਾਂ ਖੋਲ੍ਹਦਾ ਹੈ ਤਾਂ ਸੁਪਨੇ ਵਿੱਚ ਮਿਲੇ ਰਾਜ ਦਾ ਸਾਰਾ ਕੰਮ ਚੌੜ ਹੋ ਜਾਂਦਾ ਹੈ। ਸੁਪਨੇ ਵਿੱਚ ਰਾਜਾ ਬਣਿਆ ਹੁੰਦਾ, ਜਦੋਂ ਜਾਗਦਾ ਤਾਂ ਕੁਛ ਵੀ ਨਹੀਂ, ਉਹੀ ਪਹਿਲੇ ਵਾਲਾ ਹੀ। ਜਿਉਂ ਰਾਖਾ ਖੇਤ ਉੱਪਰ ਪਰਾਏ, ਜਿਵੇਂ ਕੋਈ ਰਾਖਾ ਕਿਸੇ ਹੋਰ ਦੇ ਖੇਤ ਉੱਤੇ ਰਾਖੀ ਕਰਦਾ ਹੈ। ਖੇਤ ਖਸਮ ਕਾ ਰਾਖਾ ਉੱਠ ਜਾਏ,
ਫਸਲ ਪੱਕਣ 'ਤੇ ਫਸਲ ਮਾਲਕ ਦੀ ਮਲਕੀਅਤ ਹੋ ਜਾਂਦੀ ਹੈ ਅਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ। ਉਦਾਹਰਨਾਂ ਦੇ ਦੇ ਕੇ ਗੁਰੂ ਸਾਹਿਬ ਸਮਝਾ ਰਹੇ ਨੇ। ਉਸ ਖੇਤ ਕਾਰਨ ਰਾਖਾ ਕੜੇ, ਇਹ ਖਰੀਰ ਨੂੰ ਖੇਤ ਸਮਝਿਆ, ਇਹਦੇ ਰਾਖੀ ਬੈਠੇ ਹੋਏ ਹਾਂ ਆਪਾਂ। ਰਾਖਾ ਖੇਤ ਕਾਰਨ ਰਾਖਾ ਕੜੇ, ਰਾਖਾ ਉਸ ਪਰਾਏ ਖੇਤ ਦੀ ਰਾਖੀ ਦੀ ਖਾਤਰ ਦੁਖੀ ਹੁੰਦਾ ਰਹਿੰਦਾ ਹੈ। ਭਾਵ ਇਸ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਆਪਾਂ ਇਹਨਾਂ ਦੇ ਚੱਕਰਾਂ 'ਚ ਪੈ ਕੇ ਦੁਖੀ ਹੋ ਰਹੇ ਹਾਂ। ਤਿਸ ਕੈ ਪਾਲੈ ਕਛੁ ਨਾ ਪੜ੍ਹੈ, ਪਰ ਉਸ ਨੂੰ ਆਖਰ ਕੁਛ ਵੀ ਨਹੀਂ ਮਿਲਦਾ। ਜਿਸ ਕਾ ਰਾਜ ਤਿਸ ਕਾ ਸੁਪਨਾ, ਪਰ ਜੀਵ ਦੇ ਕੀ ਵਸ ਹੈ। ਸੁਪਨੇ ਵਿੱਚ ਜਿਸ ਪ੍ਰਭੂ ਦਾ ਦਿੱਤਾ ਹੋਇਆ ਰਾਜ ਮਿਲਦਾ ਹੈ, ਉਸ ਦਾ ਹੀ ਦਿੱਤਾ ਹੋਇਆ ਸੁਪਨਾ ਵੀ ਉਹਦਾ ਹੀ ਹੁੰਦਾ ਹੈ। ਭਾਵ ਇਹ ਸਭ ਕੁਛ ਉਸ ਮਾਲਕ ਨੇ ਹੀ ਸੁਪਨਾ ਆਪਾਂ ਨੂੰ ਦਿੱਤਾ ਸੀ ਅਤੇ ਉਸ ਮਾਲਕ ਦਾ ਹੀ ਰਾਜ ਬਖਸ਼ਿਆ ਹੋਇਆ ਸੀ। ਜਦੋਂ ਅੱਖਾਂ ਖੁੱਲ੍ਹੀਆਂ ਤਾਂ ਸਮਝ ਲੱਗੀ ਕਿ ਆਪਾਂ ਤਾਂ ਰਾਜੇ ਨਹੀਂ ਭਿਖਾਰੀ ਹਾਂ, ਉਸ ਦੇ ਦਰ ਦੇ ਭਿਖਾਰੀ ਹਾਂ। ਸਾਰੇ ਹੀ ਉਸ ਦੇ ਦਰ ਦੇ ਭਿਖਾਰੀ ਹਨ, ਸਭ ਉਸ ਤੋਂ ਹੀ ਮੰਗਦੇ ਹਨ, ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਛੋਟਾ ਹੈ। ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ, ਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ, ਉਸ ਨੇ ਹੀ ਮਾਇਆ ਦੀ ਤ੍ਰਿਸ਼ਨਾ 'ਚ ਮੋੜੀ ਹੋਈ ਹੈ। ਆਪ ਨਿਬਾਹੇ ਆਪ ਬਿਨਾਹੇ ਆਪ ਕਰੇ ਰਾਸ, ਪ੍ਰਭੂ ਆਪ ਹੀ ਤ੍ਰਿਸ਼ਨਾ 'ਚ ਮੋੜ ਕੇ ਆਤਮਕ ਮੌਤ ਦਿੰਦਾ ਹੈ। ਆਪ ਹੀ ਆਪਣੇ ਨਾਮ ਦੀ ਦਾਤ ਦੇ ਕੇ ਮਨੁੱਖਾ ਜੀਵਨ ਦਾ ਮਨੋਰਥ ਸਫਲ ਕਰਦਾ ਹੈ। ਨਾਨਕ ਪ੍ਰਭ ਆਗੈ ਅਰਦਾਸ, ਹੇ ਨਾਨਕ ਪ੍ਰਭੂ ਦੇ ਦਰ 'ਤੇ ਹੀ ਸਦਾ ਨਾਮ ਦੀ ਦਾਤ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਗੌੜੀ ਗੁਰੇਰੀ ਵਿੱਚ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਬਹੁ ਰੰਗ ਮਾਇਆ ਬਹੁ ਬਿਧ ਪੇਖੀ, ਮੈਂ ਬਹੁਤ ਰੰਗਾਂ ਵਾਲੀ ਮਾਇਆ ਕਈ ਤਰੀਕਿਆਂ ਨਾਲ ਮੋਹ ਦੀ ਵੇਖੀ ਹੋਈ ਹੈ। ਭਾਵ ਕਈ ਤਰ੍ਹਾਂ ਦੀ ਮਾਇਆ ਹੈ, ਇੱਕ ਤਰ੍ਹਾਂ ਦੀ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਬੜੇ ਤਰੀਕਿਆਂ ਨਾਲ ਮੈਂ ਇਹ ਲੋਕਾਂ ਨੂੰ ਮੋਹ ਦੀ ਵੇਖੀ ਹੈ, ਮਨੁੱਖਾਂ ਵਿੱਚ ਵਰਤਦੀ ਵੇਖੀ ਹੈ ਮਾਇਆ, ਜੀਵਾਂ ਵਿੱਚ ਵਰਤਦੀ ਹੈ ਮਾਇਆ। ਕਲਮ ਕਾਗਦ ਸਿਆਣਪ ਲੇਖੀ, ਕਾਗਜ਼ ਕਲਮ ਲੈ ਕੇ ਕਈਆਂ ਨੇ ਅਨੇਕਾਂ ਵਿਦਵਤਾਂ ਵਾਲੇ ਲੇਖ ਲਿਖੇ, ਮਾਇਆ ਉਹਨਾਂ ਨੂੰ ਵਿਦਵਤਾ ਦੇ ਰੂਪ ਵਿੱਚ ਮੋਹ ਰਹੀ ਹੈ। ਮਹਿਰ ਮਲੂਕ ਹੋਏ ਦੇਖਿਆ ਖਾਨ, ਕਈਆਂ ਨੇ ਚੌਧਰੀ ਸੁਲਤਾਨ ਖਾਨ ਬਣ ਕੇ ਵੇਖ ਲਿਆ ਹੈ। ਤਾਂ ਤੇ ਨਾ ਹੀ ਮਨ ਤ੍ਰਿਪਤਾਨ, ਇਹਨਾਂ ਨਾਲ ਕਿਸੇ ਦਾ ਮਨ ਤ੍ਰਿਪਤ ਨਹੀਂ ਹੋ ਸਕਿਆ। ਸੋ ਸੁਖ ਮੋਹ ਕੋ ਸੰਤ ਬਤਾਵੋ, ਹੇ ਸੰਤ ਜਨੋ ਮੈਨੂੰ ਉਹ ਆਤਮਕ ਆਨੰਦ ਦੱਸੋ ਜਿਸ ਨਾਲ ਮੇਰੀ ਮਾਇਆ ਦੀ ਤ੍ਰਿਸ਼ਨਾ ਮਿਟ ਜਾਏ। ਤ੍ਰਿਸ਼ਨਾ ਬੂਝੇ ਮਨ ਤ੍ਰਿਪਤਾਵੋ ਰਹਾਓ, ਹੇ ਸੰਤ ਜਨੋ ਮੇਰੇ ਮਨ ਨੂੰ ਸੰਤੋਖੀ ਬਣਾ ਦਿਓ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ, ਕਹਿੰਦੇ ਵੀ ਕੋਈ ਇਹੋ ਜਿਹਾ ਤਰੀਕਾ ਦੱਸੋ ਜਿਸ ਨਾਲ ਮੇਰੀ ਮਨ ਦੀ ਤ੍ਰਿਸ਼ਨਾ ਸ਼ਾਂਤ ਹੋ ਜਾਏ, ਮੈਨੂੰ ਆਨੰਦ ਆ ਜਾਏ। ਤ੍ਰਿਸ਼ਨਾ ਬੂਝੇ ਮਨ ਤ੍ਰਿਪਤਾਵੋ, ਹੇ ਸੰਤ ਜਨੋ ਮੇਰੇ ਮਨ ਨੂੰ ਸੰਤੋਖੀ ਬਣਾ ਦਿਓ, ਸ਼ਾਂਤ ਕਰ ਦਿਓ। ਸੰਤੋਖ ਭਾਵ ਉਸ ਦੀ ਰਜ਼ਾ 'ਚ ਰਹਿਣਾ ਸਿਖਾ ਦੇਵੇ, ਜਿੰਨਾ ਹੈ ਉਸ ਵਿੱਚ ਖੁਸ਼ ਰਹਿਣਾ। ਰਹਾਓ ਰੁਕ ਜਾਣਾ। ਅਸ ਪਵਨ ਹਸਤ ਅਸਵਾਰੀ, ਹਾਥੀਆਂ ਦੀ ਤੇ ਹਵਾ ਵਰਗੇ ਤੇਜ਼ ਘੋੜਿਆਂ ਦੀ ਸਵਾਰੀ ਕਈਆਂ ਨੇ ਕਰ ਵੇਖੀ ਹੈ। ਚੋਆ ਚੰਦਨ ਸੇਜ ਸੁੰਦਰ ਨਾਰੀ, ਅਤਰ ਤੇ ਚੰਦਨ ਵਰਤ ਵੇਖਿਆ ਹੈ। ਸੁੰਦਰ ਇਸਤਰੀਆਂ ਦੀ ਸੇਜ ਮਾਣ ਵੇਖੀ ਹੈ। ਨਟ ਨਾਟਕ ਅਖਾਰੈ ਗਾਇਆ, ਮੈਂ ਰੰਗ ਭੂਮੀ ਵਿੱਚ ਨਟਾਂ ਦੇ ਨਾਟਕ ਵੇਖੇ ਹਨ ਅਤੇ ਉਹਨਾਂ ਦੇ ਗੀਤ ਗਾਏ ਹੋਏ ਸੁਣੇ ਹਨ। ਤਾਂ ਮੈਂ ਮਨ ਸੰਤੋਖ ਨਾ ਪਾਇਆ, ਇਹਨਾਂ ਵਿੱਚ ਰੁੱਝ ਕੇ ਵੀ ਕਿਸੇ ਨੇ ਮਨ ਨੇ ਸ਼ਾਂਤੀ ਪ੍ਰਾਪਤ ਨਹੀਂ ਕੀਤੀ। ਤਖਤ ਸਭਾ ਮੰਡਨ ਦੋਲੀਚੈ, ਰਾਜ ਦਰਬਾਰ ਦੀਆਂ ਸਜਾਵਟਾਂ, ਤਖਤ ਉੱਤੇ ਬੈਠਣਾ, ਦਲੀਚੇ, ਸਗਲ ਮੇਵੈ ਸੁੰਦਰ ਬਗੀਚੈ, ਸਭ ਕਿਸਮਾਂ ਦੇ ਫੁੱਲ, ਸੁੰਦਰ ਫੁਲਵਾੜੀਆਂ, ਆਖੇੜ ਬਿਰਤ, ਰਾਜਨ ਕੀ ਲੀਲਾ, ਸ਼ਿਕਾਰ ਖੇਡਣ ਵਾਲੀ ਰੁਚੀ, ਰਾਜਿਆਂ ਦੀਆਂ ਖੇਡਾਂ, ਮਨ ਨਾ ਸਹੇਲਾ ਪਰ ਪੰਚ ਹੀਲਾ, ਇਹਨਾਂ ਸਭਨਾਂ ਨਾਲ ਵੀ ਮਨ ਸੁਖੀ ਨਹੀਂ ਹੁੰਦਾ।
ਇਹ ਸਾਰਾ ਯਤਨ ਛਲ ਹੀ ਸਾਬਤ ਹੁੰਦਾ ਹੈ। ਕਰ ਕਿਰਪਾ ਸੰਤਨ ਸੱਚ ਕਹਿਆ। ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚੋਂ ਸੁੱਖ ਭਾਲਦਿਆਂ ਨੂੰ ਸੰਤਾਂ ਨੇ ਮਿਹਰ ਕਰਕੇ ਸੱਚ ਦੱਸਿਆ ਹੈ। ਸਰਬ ਸੁਖ ਇਹੋ ਆਨੰਦ ਲਹਿਆ ਕਿ ਸਾਰੇ ਸੁੱਖਾਂ ਦਾ ਮੂਲ ਇਹ ਆਤਮਿਕ ਆਨੰਦ ਤਾਂ ਮਿਲਦਾ ਹੈ। ਸਾਧ ਸੰਗਤ ਹਰ ਕੀਰਤਨ ਗਾਈ ਹੈ। ਜੇ ਸਾਧ ਸੰਗਤ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਏ ਜਾਣ ਤਾਂ ਆਨੰਦ ਮਿਲਦਾ ਹੈ, ਆਤਮਿਕ ਆਨੰਦ। ਕਹੋ ਨਾਨਕ ਵਡਭਾਗੀ ਪਾਈਆ। ਪਰ ਹੇ ਨਾਨਕ, ਸਿਫਤ ਸਲਾਹ ਦੀ ਇਹ ਦਾਤ ਵੱਡੇ ਭਾਗਾਂ ਨਾਲ ਮਿਲਦੀ ਹੈ। ਜਾ ਕੈ ਹਰ ਤਨ ਸੋਈ ਸੁਹੇਲਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਤਨ ਮੌਜੂਦ ਹੈ, ਉਹੀ ਸੌਖਾ ਹੈ, ਉਹੀ ਸੁਖੀ ਹੈ, ਉਹੀ ਆਨੰਦ ਵਿੱਚ ਹੈ। ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ। ਸਾਧ ਸੰਗਤ ਵਿੱਚ ਮਿਲ ਕੇ ਬੈਠਣਾ ਪਰਮਾਤਮਾ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ। ਰਹਾਉ ਦੂਜਾ। ਅੱਗੇ ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪਾਂ ਨੂੰ 180 ਅੰਗ 'ਤੇ ਕੀ ਸਮਝਾ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 180 ਅੰਗ 'ਤੇ ਆਪਾਂ ਹੁਣ ਜਾ ਰਹੇ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਸਮਝਾ ਰਹੇ ਨੇ। ਪ੍ਰਾਣੀ ਜਾਣੈ ਇਹੋ ਤਨ ਮੇਰਾ। ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ ਸਮਝਦਾ ਹੈ ਕਿ ਇਹ ਸਰੀਰ ਸਦਾ ਮੇਰਾ ਆਪਣਾ ਹੀ ਰਹਿਣਾ ਹੈ। ਬੋਹਰ ਬੋਹਰ ਆਹੋ ਲਪਟੇਰਾ ਮੁੜ ਮੁੜ ਇਸ ਸਰੀਰ ਨਾਲ ਹੀ ਚੰਬੜਦਾ ਹੈ। ਪੁੱਤਰ ਕਲੱਤਰ ਗ੍ਰਸਤ ਕਾ ਫਾਸਾ। ਜਿਤਨਾ ਚਿਰ ਪੁੱਤਰ ਇਸਤਰੀ ਗ੍ਰਸਤ ਦੇ ਮੋਹ ਦਾ ਫਾਹਾ ਗਲ ਵਿੱਚ ਪਿਆ ਰਹਿੰਦਾ ਹੈ, ਹੋਣ ਨਾ ਪਾਈਐ ਰਾਮ ਕੈ ਦਾਸਾ। ਪਰਮਾਤਮਾ ਦਾ ਸੇਵਕ ਬਣ ਹੀ ਨਹੀਂ ਸਕਦਾ। ਜਦੋਂ ਤੱਕ ਇਹ ਮਾਇਆ ਪਈ ਗਲ ਵਿੱਚ, ਉਦੋਂ ਤੱਕ ਉਸ ਦਾ ਸੇਵਕ ਨਹੀਂ ਬਣ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਆਪਾਂ ਨੂੰ ਸਮਝਾ ਰਹੇ ਨੇ। ਇਸ ਲਈ ਦਾਸ ਨੇ ਫੈਸਲਾ ਕੀਤਾ ਹੈ ਕਿ ਆਸ਼ਰਮ ਵਿੱਚ ਨਾਥ ਆਸ਼ਰਮ ਖੋਲ੍ਹਿਆ ਜਾਵੇ, ਉਹਦੇ ਵਿੱਚ ਸੇਵਾ ਕੀਤੀ ਜਾਵੇ, ਪੇੜ ਪੌਦਿਆਂ ਦੀ ਔਰ ਜੀਵਾਂ ਦੀ। ਕਵਣ ਸੋ ਬਿਦ ਜਿਤ ਰਾਮ ਗੁਣ ਗਾਏ। ਉਹ ਕਿਹੜਾ ਤਰੀਕਾ ਹੈ ਜਿਸ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦਾ ਹੈ। ਰਹਾਉ ਕੁਐਸਚਨ ਕੀਤਾ ਜਾ ਰਿਹਾ ਗੁਰੂ ਸਾਹਿਬ ਜੀ ਵੱਲੋਂ। ਕਵਣ ਸੋ ਮਤ ਜਿਤ ਤਰੇ ਇਹ ਮਾਇਆ। ਰਹਾਉ ਉਹ ਕਿਹੜੀ ਸਿੱਖ ਮਤ ਹੈ ਜਿਸ ਦੀ ਰਾਹੀਂ ਮਨੁੱਖ ਇਸ ਮਾਇਆ ਦੇ ਪ੍ਰਭਾਵ ਤੋਂ ਪਾਰ ਲੰਘ ਸਕਦਾ ਹੈ। ਰਹਾਉ ਰੁਕ ਜਾਣਾ, ਠਹਿਰ ਜਾਣਾ। ਜੋ ਭਲਾਈ ਸੋ ਬੁਰਾ ਜਾਣੈ। ਜਿਹੜਾ ਕੰਮ ਇਸ ਦੀ ਭਲਾਈ ਦਾ ਹੈ ਉਸ ਨੂੰ ਇਹ ਭੈੜਾ ਸਮਝਦਾ ਹੈ। ਸਾਚ ਕਹੈ ਸੋ ਵਿਖੈ ਸਮਾਨੈ। ਜੇ ਕੋਈ ਇਸ ਨੂੰ ਸੱਚ ਆਖੇ ਉਹ ਇਸ ਨੂੰ ਜ਼ਹਿਰ ਵਰਗਾ ਲੱਗਦਾ ਹੈ। ਜਾਣੇ ਨਾਹੀਂ ਜੀਤ ਔਰ ਹਾਰ। ਇਹ ਨਹੀਂ ਸਮਝਦਾ ਕਿ ਕਿਹੜਾ ਕੰਮ ਜੀਵਨ ਬਾਜੀ ਦੀ ਜਿੱਤ ਵਾਸਤੇ ਹੈ, ਕਿਹੜਾ ਹਾਰ ਵਾਸਤੇ ਹੈ। ਇਹੋ ਵਲੇਵਾ ਸਾਕਤ ਸੰਸਾਰ। ਮਾਇਆ ਵਿਹੜੇ ਸੰਸਾਰ ਦਾ ਇਹ ਵਰਤਨ ਵਿਵਹਾਰ ਹੈ। ਜੋ ਹਲਾਹਲ ਸੋ ਪੀਵੈ ਬੋਰਾ। ਜਿਹੜਾ ਜ਼ਹਿਰ ਹੈ ਉਸ ਨੂੰ ਮਾਇਆ ਗ੍ਰਸਿਆ ਮਨੁੱਖ ਖੁਸ਼ੀ ਨਾਲ ਪੀਂਦਾ ਹੈ। ਅੰਮ੍ਰਿਤ ਨਾਮ ਜਾਣੇ ਕਰ ਕੋਰਾ। ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ, ਇਸ ਨੂੰ ਮਨੁੱਖ ਕੌੜਾ ਜਾਣਦਾ ਹੈ। ਸਾਧ ਸੰਗ ਕੈ ਨਾਹੀ ਨੇਰ। ਮਾਇਆ ਗ੍ਰਸਿਆ ਮਨੁੱਖ ਸਾਧ ਸੰਗਤ ਦੇ ਨੇੜੇ ਨਹੀਂ ਟੁਕਦਾ। 184 ਭਰਮਤਾ ਫੇਰ। ਇਸ ਤਰ੍ਹਾਂ 84 ਲੱਖ ਜੂਨਾਂ ਦੇ ਗੇੜ ਵਿੱਚ ਭਟਕਦਾ ਫਿਰਦਾ ਹੈ। ਏਕੈ ਜਾਲ ਫਹਾਹੇ ਪੰਖੀ। ਜੀਵ ਪੰਛੀ ਇੱਕ ਮਾਇਆ ਦੇ ਜਾਲ ਵਿੱਚ ਹੀ ਪਰਮਾਤਮਾ ਨੇ ਫਸਾਇਆ ਹੋਇਆ ਹੈ। ਭਾਵ ਪੰਛੀ ਅਤੇ ਜੀਵ ਸਾਰੇ ਇੱਕੋ ਹੀ ਮਾਇਆ ਦੇ ਵਿੱਚ ਗੁਰੂ ਸਾਹਿਬ ਨੇ, ਅਕਾਲ ਪੁਰਖ ਨੇ ਫਸਾਏ ਹੋਏ ਹਨ। ਰਸ ਰਸ ਭੋਗ ਕਰੇ ਬਹੁ ਰੰਗੀ। ਸਵਾਦ ਲਾ ਲਾ ਕੇ ਇਹਨਾਂ ਅਨੇਕਾਂ ਰੰਗਾਂ ਦੇ ਭੋਗ ਭੋਗਦੇ ਰਹਿੰਦੇ ਹਨ। ਕਹੋ ਨਾਨਕ ਜਿਸ ਪਏ ਕਿਰਪਾਲ। ਗੁਰ ਪੂਰੇ ਤਾਂ ਕੇ ਕਾਟੇ ਜਾਲ। ਹੇ ਨਾਨਕ, ਜਿਸ ਮਨੁੱਖ 'ਤੇ ਪਰਮਾਤਮਾ ਕਿਰਪਾ ਕਰਦਾ ਹੈ, ਕਿਰਪਾਲੂ ਹੁੰਦਾ ਹੈ, ਪੂਰੇ ਗੁਰੂ ਨੇ ਉਸ ਮਨੁੱਖ ਦੇ ਮਾਇਆ ਦੇ ਮੋਹ ਦੇ ਫਾਹੇ ਕੱਟ ਦਿੱਤੇ ਹਨ।
ਗੌੜੀ ਗਰੇਰੀ ਮਹੱਲਾ ਪੰਜਵਾਂ। ਗੌੜੀ ਗਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਤੋ ਕਿਰਪਾ ਤੇ ਮਾਰਗ ਪਾਈਐ, ਹੇ ਪ੍ਰਭੂ ਤੇਰੀ ਕਿਰਪਾ ਨਾਲ ਜੀਵ ਦਾ ਸਹੀ ਰਸਤਾ ਲੱਭਦਾ ਹੈ। ਜੀਵਨ ਦਾ ਸਹੀ ਰਸਤਾ ਲੱਭਦਾ ਗੁਰੂ ਦੀ ਕਿਰਪਾ ਨਾਲ। ਪ੍ਰਭ ਕਿਰਪਾ ਤੇ ਨਾਮ ਧਿਆਈਐ, ਪ੍ਰਭੂ ਦੀ ਕਿਰਪਾ ਨਾਲ ਹੀ ਪ੍ਰਭੂ ਦਾ ਨਾਮ ਸਿਮਰੀਦਾ ਹੈ। ਭਾਵ ਉਸ ਨੂੰ ਯਾਦ ਕੀਤਾ ਜਾਂਦਾ ਉਸ ਦੀ ਕਿਰਪਾ ਨਾਲ ਹੀ। ਪ੍ਰਭ ਕਿਰਪਾ ਤੇ ਬੰਧਨ ਛੂਟੈ, ਇਸ ਤਰ੍ਹਾਂ ਪ੍ਰਭੂ ਦੀ ਕਿਰਪਾ ਨਾਲ ਹੀ ਮਾਇਆ ਦੇ ਬੰਧਨਾਂ ਦਾ ਜਾਲ ਟੁੱਟ ਜਾਂਦਾ ਹੈ। ਤੋ ਕਿਰਪਾ ਤੇ ਹਉਮੈ ਟੁੱਟੈ, ਤੇ ਪ੍ਰਭੂ ਤੇਰੀ ਕਿਰਪਾ ਨਾਲ ਹੀ ਸਾਡੇ ਜੀਵਾਂ ਦੀ ਹਉਮੈ ਦੂਰ ਹੁੰਦੀ ਹੈ, ਮੈਂ ਮੇਰੀ ਦੂਰ ਹੁੰਦੀ, ਆਪਾ ਦੂਰ ਹੁੰਦਾ। ਤੁਮ ਲਾਵੋ ਤੋ ਲਾਗੈ ਸੇਵ, ਹੇ ਪ੍ਰਕਾਸ਼ ਰੂਪ ਪ੍ਰਭੂ ਸਾਥੋਂ ਜੀਵਾਂ ਪਾਸੋਂ ਸਾਡੇ ਆਪਣੇ ਉਦਮ ਨਾਲ ਤੇਰੀ ਸੇਵਾ ਭਗਤੀ ਕੁਝ ਵੀ ਨਹੀਂ ਹੋ ਸਕਦੀ। ਹਮ ਤੇ ਕਛੂ ਨਾ ਹੋਵੈ ਦੇਵ ਰਹਾਉ, ਤੂੰ ਆਪ ਹੀ ਸਾਨੂੰ ਸੇਵ ਭਗਤੀ ਵਿੱਚ ਲਾਵੇਂ ਤਾਂ ਅਸੀਂ ਲੱਗ ਸਕਦੇ ਹਾਂ। ਰਹਾਉ ਰੁਕ ਜਾਣਾ, ਠਹਿਰ ਜਾਣਾ। ਭਾਵ ਆਪਣੇ ਆਪ ਆਪਾਂ ਸੇਵਾ ਵੀ ਨਹੀਂ, ਉਸ ਭਗਤੀ ਵਿੱਚ ਵੀ ਨਹੀਂ ਲੱਗ ਸਕਦੇ। ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ, ਨਦਰ ਕਰਨ ਤਾਂ ਆਪਾਂ ਉਸ ਦੀ ਸੇਵਾ ਭਗਤੀ ਕਰ ਸਕਦੇ ਹਾਂ, ਉਸ ਦੇ ਨਾਮ ਵਿੱਚ ਜੁੜ ਸਕਦੇ ਹਾਂ। ਅਦਰਵਾਈਜ਼ ਕੋਈ ਹੱਲ ਨਹੀਂ, ਜਦੋਂ ਤੱਕ ਗੁਰੂ ਸਾਹਿਬ ਆਪ ਬਖਸ਼ਿਸ਼ ਨਹੀਂ ਕਰਦੇ, ਨਦਰ ਨਹੀਂ ਕਰਦੇ। ਤੁਧ ਭਾਵੈ ਤਾਂ ਗਾਵਾ ਬਾਣੀ, ਹੇ ਪ੍ਰਭੂ ਜੇ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੀ ਸਿਫਤ ਸਲਾਹ ਦੀ ਬਾਣੀ ਗਾ ਸਕਦਾ ਹਾਂ। ਤੁਧ ਭਾਵੈ ਤਾਂ ਸੱਚ ਵਖਾਣੀ, ਤੈਨੂੰ ਪਸੰਦ ਆਵੇ ਤਾਂ ਮੈਂ ਤੇਰਾ ਸਦਾ ਥਿਰ ਰਹਿਣ ਵਾਲਾ ਨਾਮ ਉਚਾਰ ਸਕਦਾ ਹਾਂ। ਤੁਧ ਭਾਵੈ ਤਾਂ ਸਤਿਗੁਰ ਮਾਇਆ, ਹੇ ਪ੍ਰਭੂ ਤੈਨੂੰ ਚੰਗਾ ਲੱਗੇ ਤਾਂ ਜੀਵਾਂ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ। ਸਰਬ ਸੁੱਖਾਂ ਪ੍ਰਭ ਤੇਰੀ ਦਇਆ, ਹੇ ਪ੍ਰਭੂ ਤੇਰੇ ਸਾਰੇ ਸੁੱਖ ਤੇਰੀ ਮਿਹਰ ਵਿੱਚ ਹੀ ਹਨ। ਜੋ ਤੁਧ ਭਾਵੈ ਸੋ ਨਿਰਮਲ ਕਰਮਾ, ਹੇ ਪ੍ਰਭੂ ਜਿਹੜਾ ਕੰਮ ਤੈਨੂੰ ਚੰਗਾ ਲੱਗ ਜਾਏ ਉਹੀ ਪਵਿੱਤਰ ਹੈ। ਜੋ ਤੁਧ ਭਾਵੈ ਸੋ ਸੱਚ ਧਰਮਾ, ਜਿਹੜੀ ਜੀਵਨ ਮਰਿਆਦਾ ਤੈਨੂੰ ਪਸੰਦ ਆ ਜਾਏ ਉਹੀ ਅਟਲ ਮਰਿਆਦਾ ਹੈ। ਸਰਬ ਨਿਧਾਨ ਗੁਣ ਤੁਮ ਹੀ ਪਾਸ, ਹੇ ਪ੍ਰਭੂ ਸਾਰੇ ਖਜ਼ਾਨੇ ਸਾਰੇ ਗੁਣ ਤੇਰੇ ਹੀ ਵਸ ਵਿੱਚ ਹਨ। ਤੂੰ ਸਾਹਿਬ ਸੇਵਕ ਅਰਦਾਸ, ਤੂੰ ਹੀ ਮੇਰਾ ਮਾਲਕ ਹੈ, ਮੈਂ ਸੇਵਕ ਹਾਂ ਦੀ ਤੇਰੇ ਅੱਗੇ ਹੀ ਅਰਦਾਸ ਹੈ। ਮਨ ਤਨ ਨਿਰਮਲ ਹੋਏ ਹਰ ਰੰਗ, ਪਰਮਾਤਮਾ ਦੇ ਪਿਆਰ ਵਿੱਚ ਟਿਕੇ ਰਿਹਾ ਮਨ ਪਵਿੱਤਰ ਹੋ ਜਾਂਦਾ ਹੈ। ਸਰਬ ਸੁੱਖਾਂ ਪਾਵੋ ਸਤ ਸੰਗ, ਸਾਧ ਸੰਗਤ ਵਿੱਚ ਟਿਕੇ ਰਿਹਾ ਮੈਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਮੈਂ ਸਾਰੇ ਸੁੱਖ ਲੱਭ ਲੈਂਦਾ ਹਾਂ। ਨਾਮ ਤਰੈ ਰਹੇ ਮਨ ਰਾਤਾ, ਹੇ ਪ੍ਰਭੂ ਜਿਸ ਮਨੁੱਖ ਦਾ ਮਨ ਤੇਰੇ ਨਾਮ ਵਿੱਚ ਰੰਗਿਆ ਜਾਂਦਾ ਹੈ ਇਹ ਕਲਿਆਣ ਨਾਨਕ ਕਰ ਜਾਤਾ। ਹੇ ਨਾਨਕ ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰਕੇ ਸਮਝਦਾ ਹੈ। ਗੌੜੀ ਗਰੇਰੀ ਮਹੱਲਾ ਪੰਜਵਾਂ। ਗੌੜੀ ਗਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਆਣ ਰਸਾ ਜੇਤੇ ਤੈ ਚਾਖੈ, ਹੇ ਮੇਰੀ ਜੀਭ ਪਰਮਾਤਮਾ ਦੇ ਨਾਮ ਰਸ ਤੋਂ ਬਿਨਾਂ ਹੋਰ ਜਿਤਨੇ ਵੀ ਰਸ ਤੂੰ ਚਖਦੀ ਰਹਿੰਦੀ ਹੈ। ਨਿਮਖ ਨਾ ਤ੍ਰਿਸ਼ਨਾ ਤੇਰੀ ਲੱਥ ਹੈ, ਉਹਨਾਂ ਨਾਲ ਤੇਰੀ ਤ੍ਰਿਸ਼ਨਾ ਅੱਖ ਦੇ ਝਮਕਣ ਸਮੇਂ ਤੱਕ ਵੀ ਨਹੀਂ ਦੂਰ ਹੁੰਦੀ। ਹਰ ਰਸ ਕਾ ਤੂੰ ਚਾਖੈ ਸਾਧ, ਜੇ ਤੂੰ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਚੱਖੇ ਚਾਖਤ ਹੋਏ ਰਹੇ ਬਿਸਮਾਦ, ਚਖਦਿਆਂ ਹੀ ਤੂੰ ਉਸ ਵਿੱਚ ਮਸਤ ਹੋ ਜਾਏ। ਅੰਮ੍ਰਿਤ ਰਸਨਾ ਪੀਓ ਪਿਆਰੀ, ਹੇ ਮੇਰੀ ਪਿਆਰੀ ਜੀਵ ਤੂੰ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਰਹਾਉ ਜਿਹੜੀ ਜੀਵ ਇਸ ਨਾਮ ਰਸ ਵਿੱਚ ਮਸਤ ਹੋ ਜਾਂਦੀ ਹੈ ਉਹ ਹੋਰ ਰਸਾਂ ਵੱਲ ਸੰਤੁਸ਼ਟ ਹੋ ਜਾਂਦੀ ਹੈ। ਰਹਾਉ ਭਾਵ ਹੋਰ ਰਸਾਂ ਵਿੱਚੋਂ ਸੰਤੁਸ਼ਟ ਹੋ ਜਾਂਦੀ, ਉਹਨੂੰ ਹੋਰ ਰਸ ਪਸੰਦ ਨਹੀਂ ਆਉਂਦੇ। ਜਿਹੜੀ ਨਾਮ ਦੇ ਸ਼ਬਦ ਵਿੱਚ ਜੁੜ ਜਾਂਦੀ ਜੀਵ ਇਹ ਸਭ ਤੋਂ ਮਿੱਠਾ ਰਸ ਹੈ ਸ਼ਬਦ ਦਾ, ਗੁਰੂ ਦੇ ਸ਼ਬਦ ਵਿੱਚ ਜੁੜਨਾ, ਗੁਰੂ ਦੀ ਮੱਤ 'ਤੇ ਚੱਲਣਾ। ਹੇ ਜੀਵੈ ਤੂੰ ਰਾਮ ਗੁਣ ਗਾਓ, ਹੇ ਮੇਰੀ ਜੀਵ ਤੂੰ ਪਰਮਾਤਮਾ ਦੇ ਗੁਣ ਗਾ। ਪਲ ਪਲ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ, ਨਿਮਖ ਨਿਮਖ ਹਰ 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 ਧਿਆਵੋ। ਜੇ ਦੁਨੀਆ ਦੇ ਰਸਾਂ ਵਿੱਚ ਵੱਲੋਂ ਸੰਤੁਸ਼ਟ ਹੋਣਾ ਹੈ ਤਾਂ ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾਂ ਹੋਰ ਫਿੱਕੇ ਬੋਲ ਨਹੀਂ ਸੁਣਨੇ ਚਾਹੀਦੇ ਹਨ।
ਆਣ ਨ ਸੁਣੀਐ ਕਥੂ ਜਾਈਐ। ਸਾਧ ਸੰਗਤ ਤੋਂ ਬਿਨਾਂ ਹੋਰ ਕਿਤੇ ਵਕਾਰ ਪੈਦਾ ਕਰਨ ਵਾਲੇ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ। ਸਾਧ ਸੰਗਤ ਵਡਭਾਗੀ ਪਾਈ ਹੈ, ਪਰ ਸਾਧ ਸੰਗਤ ਵੱਡੇ ਭਾਗਾਂ ਨਾਲ ਹੀ ਮਿਲਦੀ ਹੈ। ਆਠ ਪਹਿਰ ਜੀਵੈ ਆਰਾਧ, ਪਾਰ ਬ੍ਰਹਮ ਠਾਕੁਰ ਆਗਾਧ। ਹੇ ਮੇਰੀ ਜੀਵ ਅੱਠੇ ਪੈਰ ਸਿਮਰਨ ਕਰ, ਅਥਾਹ ਗੁਣਾ ਵਾਲੇ ਠਾਕੁਰ ਪਾਰ ਬ੍ਰਹਮ ਦਾ। ਇਆਂ ਉਆਂ ਸਦਾ ਸਹੇਲੀ, ਸਿਮਰਨ ਕਰਨ ਵਾਲਿਆਂ ਦੀ ਜ਼ਿੰਦਗੀ ਇਸ ਲੋਕ ਤੇ ਪਰਲੋਕ ਵਿੱਚ ਸਦਾ ਸੁਖੀ ਰਹਿੰਦੀ ਹੈ, ਸਫਲ ਹੁੰਦੇ ਹਨ। ਹਰ ਗੁਣ ਗਾਵਤ ਰਸਨ ਅਮੋਲੀ, ਪਰਮਾਤਮਾ ਦੇ ਗੁਣ ਗਾਉਂਦਿਆਂ ਜੀਵ ਬੜੀ ਕੀਮਤ ਵਾਲੀ ਬਣ ਜਾਂਦੀ ਹੈ। ਬਨਸਪਤ ਅਮੋਲੀ, ਫਲ ਫੁੱਲ ਪੇਡੈ। ਇਹ ਠੀਕ ਹੈ ਕਿ ਪਰਮਾਤਮਾ ਦੀ ਕੁਦਰਤ ਵਿੱਚ ਸਾਰੀਆਂ ਬਨਸਪਤੀਆਂ ਖਿੜੀਆਂ ਰਹਿੰਦੀਆਂ ਹਨ। ਰੁੱਖਾਂ ਬੂਟਿਆਂ ਨੂੰ ਵੀ ਫੁੱਲ ਫਲ ਲੱਗੇ ਹੁੰਦੇ ਹਨ। ਇਹ ਰਸ ਰਾਤੀ ਬੋਰ ਨਾ ਛੋੜੈ। ਪਰ ਜਿਸ ਮਨੁੱਖ ਦੀ ਜੀਭ ਨਾਮ ਰਸ ਵਿੱਚ ਮਸਤ ਹੈ, ਉਹ ਬਾਹਰ ਦਿਸਦੀਆਂ ਸੁੰਦਰਤਾ ਨੂੰ ਤੱਕ ਕੇ ਨਾਮ ਰਸ ਨੂੰ ਕਦੇ ਨਹੀਂ ਛੱਡਦਾ। ਆਣ ਨਾ ਰਸ ਕਸ ਲਵੈ ਨਾ ਲਾਈ, ਉਸ ਦੀਆਂ ਨਜ਼ਰਾਂ ਵਿੱਚ ਦੁਨੀਆ ਵਾਲੇ ਹੋਰ ਕਿਸਮ ਦੇ ਰਸ ਪਰਮਾਤਮਾ ਦੇ ਨਾਮ ਰਸ ਦੇ ਬਰਾਬਰੀ ਨਹੀਂ ਕਰ ਸਕਦੇ। ਕਹੋ ਨਾਨਕ ਗੁਰ ਭਏ ਹੈ ਸਹਾਈ। ਹੇ ਨਾਨਕ, ਜਿਸ ਮਨੁੱਖ ਦਾ ਸਹਾਈ ਸਤਿਗੁਰੂ ਬਣਦਾ ਹੈ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਮਨ ਮੰਦਰ ਤਨ ਸਾਜੀ ਬਾਰ। ਪਰਮਾਤਮਾ ਦੇ ਸ਼ਾਹ, ਪਰਮਾਤਮਾ ਨੇ ਆਪਣੇ ਰਹਿਣ ਵਾਲੇ ਮਨੁੱਖ ਦੇ ਮਨ ਨੂੰ ਸੋਹਣਾ ਘਰ ਬਣਾਇਆ ਹੋਇਆ ਹੈ ਅਤੇ ਮਨੁੱਖਾ ਸਰੀਰ ਨੂੰ ਭਾਵ ਗਿਆਨ ਇੰਦਰੀਆਂ ਨੂੰ ਉਸ ਘਰ ਦੀ ਰਾਖੀ ਲਈ ਵਾੜ ਬਣਾਇਆ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਣੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 180 ਅੰਗ ਤੱਕ ਸੰਪੂਰਨ ਵਿਚਾਰ ਹੋ ਚੁੱਕੀ ਹੈ। ਅਗਲੀ ਵਿਚਾਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਗੁਰੂ ਨਾਨਕ ਦੀ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦਾ ਦਾਸਾਂ ਦਾ ਦਾਸ ਸਮਝ ਕੇ ਇਸ ਸੇਵਕ ਨੂੰ ਮਾਫ ਕਰ ਦੇਣਾ। ਜੇ ਕੋਈ ਗਲਤੀ ਹੋਈ ਹੋਵੇ, ਗੁਰੂ ਸਾਹਿਬ ਜੀ ਬਖਸ਼ੰਦ ਪਿਤਾ ਹਨ, ਬਖਸ਼ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 181 ਅੰਗ ਦੀ ਅੱਗੇ ਆਪਾਂ ਅਗਲੀ ਵੀਡੀਓ 'ਚ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।